ਗਜ਼ਲ ਦੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਪਹਿਲੀ ਕੀਰਤਨ ਦੀ ਹਾਜ਼ਰੀ ਹੈ। ਕੀਰਤਨ, ਗੁਰਮਤਿ ਸੰਗੀਤ, ਗੁਰਬਾਣੀ ਕੀਰਤਨ, ਇਹ ਸਾਰੇ ਇੱਕੋ ਹੀ ਲਫ਼ਜ਼ ਹੈ, ਪਰ ਜੋ ਸਿੱਖ ਧਰਮ ਵਿੱਚ ਪ੍ਰਵਾਨਿਤ ਜੋ ਸ਼ਬਦ ਹੈ ਉਹਨੂੰ ਅਸੀਂ ਕਹਿੰਦੇ ਗੁਰਮਤਿ ਸੰਗੀਤ, ਗੁਰਬਾਣੀ ਸੰਗੀਤ ਵੀ ਕਹਿ ਸਕਦੇ ਹਾਂ। ਗੁਰਮਤਿ ਜੋ ਸੰਗੀਤ ਹੈ ਉਹ 3 ਅੱਖਰਾਂ ਦੇ ਸੁਮੇਲ ਨਾਲ ਬਣਦਾ ਹੈ। ਗੁਰ, ਮਤਿ ਤੇ ਸੰਗੀਤ। ਗੁਰੂ ਸਾਹਿਬ ਦੀ ਮੱਤ ਤੋਂ ਉਪਜਿਆ ਹੋਇਆ ਸੰਗੀਤ। ਸੋ ਇੱਥੇ ਸਾਨੂੰ ਇਹ ਸਮਝਣ ਦੀ ਲੋੜ ਪੈ ਜਾਂਦੀ ਹੈ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਕਿਹੜੀ ਮੱਤ ਦਿੱਤੀ ਹੈ। ਸਾਨੂੰ ਗੁਰੂ ਸਾਹਿਬ ਜੀ ਨੇ ਕੀ ਦੱਸਿਆ ਕਿ ਕੀਰਤਨ ਕਿਵੇਂ ਕਰਨਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਸਾਰੀ ਬਾਣੀ ਹੈ ਉਹ ਰਾਗਾਤਮਕ ਹੈ, ਰਾਗਾਂ ਦੇ ਵਿੱਚ ਹੈ। ਰਾਗ ਦਾ ਮਤਲਬ ਹੁੰਦਾ ਹੈ ਪ੍ਰੇਮ। ਰਾਗ ਜਿਹੜਾ ਵਰਡ ਹੈ, ਅੱਖਰ ਜੋ ਹੈ, ਉਹਦਾ ਮੀਨਿੰਗ ਹੁੰਦਾ ਪ੍ਰੇਮ। ਕਿ ਜਦੋਂ ਅਸੀਂ ਕੀਰਤਨ ਕਰਨਾ ਆ ਤੇ ਅਸੀਂ ਪ੍ਰੇਮ ਦੇ ਵਿੱਚ ਆ ਕੇ ਕੀਰਤਨ ਕਰਨਾ ਹੈ। ਉਹ ਪ੍ਰੇਮ ਕਿਸ ਰੂਪ ਦੇ ਵਿੱਚ ਹੈ, ਉਹ ਵੱਖਰੇ ਵੱਖਰੇ ਰਾਗ ਨੂੰ ਅਸੀਂ ਕਹਿੰਦੇ ਹਾਂ। ਜਿਵੇਂ ਆਸਾ ਰਾਗ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼੍ਰੀ ਰਾਗ ਹੈ ਕਿ ਸ਼੍ਰੀ ਰਾਗ, ਇਸ ਸ਼ਬਦ ਨੂੰ ਅਸੀਂ ਇਸ ਪ੍ਰੇਮ ਦੇ ਵਿੱਚ ਆ ਕੇ ਬੋਲਣਾ, ਤਾਂ ਉਹ ਜਿਹੜਾ ਸੰਗੀਤ ਹੈ, ਉਹ ਜਿਹੜਾ ਵਹੀਕਲ ਹੈ, ਸ਼ਬਦ ਦੇ ਜੋ ਮੀਨਿੰਗ ਨੇ ਤਾਂ ਹੀ ਸਾਡੇ ਤੱਕ ਸਹੀ ਰੂਪ 'ਚ ਪਹੁੰਚਣਗੇ ਜਦੋਂ ਉਹ ਰਸਤਾ ਸਹੀ ਹੈ। ਜਿਵੇਂ ਤੁਸੀਂ ਸਾਰੇ ਗੁਰੂ ਘਰ ਆਏ ਹੋ, ਤੁਸੀਂ ਨੈਵੀਗੇਟਰ ਦੇ ਵਿੱਚ ਪਾਇਆ ਕਿ ਇਹ ਅਸੀਂ ਇੱਥੇ ਪਹੁੰਚਣਾ ਹੈ, ਤੇ ਜੇ ਉਹ ਲੋਕੇਸ਼ਨ ਸਹੀ ਹੋਏਗੀ ਤੇ ਫਿਰ ਅਸੀਂ ਆਪਣੀ ਜਗ੍ਹਾ ਤੇ ਪਹੁੰਚ ਪਾਵਾਂਗੇ। ਸੋ ਗੁਰਮਤਿ ਸੰਗੀਤ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਸ਼ੁੱਧ ਰਾਗ ਨੇ। ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਗੁਰੂ ਘਰ ਆ ਕੇ ਕੀਰਤਨ ਸੁਣਨ ਦੇ ਨਾਲ ਨਾਲ ਸਮਝਣਾ ਵੀ ਬਹੁਤ ਜ਼ਰੂਰੀ ਹੈ। ਖਾਸ ਕਰਕੇ ਜਿਹੜੇ ਬੱਚੇ ਨੇ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਛੋਟੇ ਛੋਟੇ ਬੱਚੇ ਨੇ, ਬੱਚੇ ਨੇ ਤਬਲਾ ਵਜਾਇਆ, ਨਾਲ ਕੀਰਤਨ ਵੀ ਕੀਤਾ ਹੈ। ਕਈ ਵਾਰ ਅਸੀਂ ਕਈ ਵਾਰ ਦੇਖਦੇ ਹਾਂ, ਕਹਿੰਦੇ ਹਾਂ ਕਿ ਬਹੁਤ ਅੱਛਾ ਹੈ, ਪਰ ਉਹਦੇ ਪਿੱਛੇ ਜੋ ਕਾਰਣਾ ਹੈ, ਮਿਹਨਤ, ਇਹ ਸੌਖਾ ਕੰਮ ਨਹੀਂ ਹੈ। ਤਿਹਾਈ ਲਗਾ ਰਿਹਾ, ਤਿਹਾਈ ਉਹਦੀ ਪੂਰੀ ਬਣਤਰ ਦੇ ਵਿੱਚ ਆ ਰਹੀ ਹੈ, ਮਾਤਰਾ ਦੇ ਵਿੱਚ ਆ ਰਹੀ ਹੈ, ਇਹ ਸੌਖਾ ਨਹੀਂ ਹੈ। ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ, ਲੈ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾਉਣਾ ਪੈਂਦਾ ਹੈ। ਸੁਰ ਉਸ ਐਗਜ਼ੈਕਟ ਜੋ ਤੁਹਾਨੂੰ ਇਹ ਫ੍ਰੀਕੁਐਂਸੀ ਸੁਣਾਈ ਦੇ ਰਹੀ ਹੈ, ਇਸ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾਉਣਾ ਪੈਂਦਾ ਹੈ। ਇਸੇ ਕਰਕੇ ਜਦੋਂ ਅਸੀਂ ਇਸ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾਉਂਦੇ, ਸਾਡਾ ਜਿਹੜਾ ਮਾਈਂਡ ਹੈ ਉਹ ਫੋਕਸ ਹੋ ਜਾਂਦਾ ਹੈ। ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਰੀ ਜੋ ਬਾਣੀ ਹੈ ਉਹ ਰਾਗਾਂ ਦੇ ਵਿੱਚ ਮਿਊਜ਼ੀਕਲੀ ਫਾਰਮ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਨੇ ਉਹਦਾ ਕਾਰਨ ਹੈ ਕੋਈ, ਉਹਦੇ ਪਿੱਛੇ ਇੱਕ ਰੀਜ਼ਨ ਹੈ। ਰੀਜ਼ਨ ਕੀ ਹੈ?
ਰੀਜ਼ਨ ਇਹ ਹੈ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਮੇਰਾ ਸਿੱਖ ਜੋ ਹੈ ਉਹ ਸੂਖਸ਼ਮ ਹੋ ਜਾਵੇ। ਜਦ ਤੱਕ ਅਸੀਂ ਸੂਖਸ਼ਮ ਨਹੀਂ ਹੁੰਦੇ, ਸੂਖਸ਼ਮ ਕਹਿੰਦੇ ਨੇ ਬਹੁਤ ਬਰੀਕ ਹੋ ਜਾਣਾ, ਸਾਡਾ ਫੋਕਸ ਲੈਵਲ, the concentration of mind. So Guruji wants us to be focused in our life. जब तक ਅਸੀਂ ਫੋਕਸ ਨਹੀਂ ਗਏ, ਸਾਡਾ ਮਾਈਂਡ ਕਨਸੈਂਟਰੇਟਡ ਨਹੀਂ ਗਾ, ਅਸੀਂ ਕਿਸੇ ਚੀਜ਼ ਨੂੰ ਸਮਝ ਨਹੀਂ ਸਕਦੇ। ਕੋਈ ਡਾਕਟਰ ਹੈ, ਉਹ ਆਪਣੇ ਕੰਮ ਦੇ ਵਿੱਚ ਫੋਕਸਡ ਹੈ, ਇਸ ਕਰਕੇ ਉਹ ਡਾਕਟਰ ਹੈ। ਜੇ ਕੋਈ ਇੰਜੀਨੀਅਰ ਹੈ, ਅਸੀਂ ਗੱਡੀ ਚਲਾਉਂਦੇ ਹਾਂ, ਜੇ ਸਾਡਾ ਧਿਆਨ ਉਸ ਗੱਡੀ ਦੇ ਵਿੱਚ ਨਹੀਂ ਹੈ, ਅਸੀਂ ਕਾਰ ਨਹੀਂ ਚਲਾ ਸਕਦੇ। ਸੋ ਜਦੋਂ ਅਸੀਂ ਕੀਰਤਨ ਕਰਨਾ ਆ, ਤੇ ਗੁਰੂ ਸਾਹਿਬ ਜੀ ਚਾਹੁੰਦੇ ਨੇ ਕਿ ਮੇਰਾ ਸਿੱਖ ਜਦੋਂ ਬਾਣੀ ਪੜ੍ਹੇ ਤਾਂ ਉਹਦਾ ਧਿਆਨ ਫੋਕਸਡ ਹੋਣਾ ਚਾਹੀਦਾ, ਉਹਦਾ ਮਾਈਂਡ ਜਿਹੜਾ ਹੈਗਾ, ਸੋ ਆਵਰ ਮਾਈਂਡ ਸ਼ੁੱਡ ਬੀ ਫੋਕਸਡ। ਅਦਰਵਾਈਜ਼ ਵੀ ਵੁਡਨਟ ਬੀ ਏਬਲ to understand the meaning of the Shabad. So if we want to understand the meaning of the Shabad, then our mind should be focused. ठीक है? So गुरबाणी जो है सारी रागात्मक है, ते ये औखा काम नहीं है। कई बार ਅਸੀਂ ਸਮਝਦੇ ਹਾਂ ਕਿ ਬਹੁਤ ਔਖਾ ਆ, ਅਸੀਂ ਰਾਗ ਨਹੀਂ ਸਿੱਖ ਪਾਵਾਂਗੇ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਦੇਖੋ ਛੋਟੇ ਛੋਟੇ ਬੱਚੇ ਆ, ਨਿੱਕੇ ਨਿੱਕੇ ਬੱਚੇ ਆ, 7-8, 8-8, 10-10, 12-12 ਸਾਲ ਦੀ ਉਮਰ ਹੈ, ਕਿੰਨਾ ਬੱਚੇ ਨੇ ਸੁਰੀਲਾ ਕੀਰਤਨ ਕੀਤਾ ਹੈ, ਤਾਲ ਲਗਾਈ ਦੇਖੋ ਨਾਲ। ਸਾਨੂੰ ਆਪਣੇ ਬੱਚਿਆਂ ਦੀ ਕੈਪੇਬਿਲਿਟੀ ਨੂੰ ਪਛਾਣਨਾ ਪੈਣਾ ਹੈ, ਸਾਨੂੰ ਇਹਨਾਂ ਨੂੰ ਹੱਲਾਸ਼ੇਰੀ ਦੇਣੀ ਪੈਣੀ ਹੈ। ਇਹ ਐਜ਼ ਏ ਪੇਰੈਂਟ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਈਏ। ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਓਗੇ, ਤੁਹਾਡੇ ਬੱਚੇ ਕੱਲ੍ਹ ਨੂੰ ਤੁਹਾਨੂੰ ਗੁਰੂ ਘਰ ਲੈ ਕੇ ਆਉਣਗੇ। ਮੇਰੀ ਗੱਲ ਯਾਦ ਰੱਖਣਾ। ਤੁਸੀਂ ਅੱਜ ਆਪਣੇ ਬੱਚਿਆਂ ਨੂੰ ਗੁਰੂ ਘਰ ਨਹੀਂ ਲੈ ਕੇ ਆ ਰਹੇ, ਤੁਹਾਡੇ ਕੱਲ੍ਹ ਬੱਚੇ ਤੁਸੀਂ ਤਰਲੇ ਮਾਰੋਗੇ ਕਿ ਮੈਨੂੰ ਗੁਰੂ ਘਰ ਲੈ ਕੇ, ਕਿਉਂ ਕਹਿਣਗੇ ਨਹੀਂ ਮੈਨੂੰ ਮੇਰਾ ਨਹੀਂ, ਕਿਉਂਕਿ ਅਸੀਂ ਜਾਗ ਨਹੀਂ ਲਾਈ ਨਾ। ਅਸੀਂ ਦੁੱਧ ਰੱਖਿਆ ਹੈ, ਜਾਗ ਨਹੀਂ ਲਾਈ, ਉਹ ਦਹੀਂ ਨਹੀਂ ਬਣਨਾ, ਨਹੀਂ ਹੋਣਾ। ਇਹ ਛੋਟੇ ਛੋਟੇ ਬੱਚੇ ਦੇਖੋ, ਉਹ ਛੋਟਾ ਦੇਖੋ ਬੱਚਾ, ਇਹ ਅੱਜ ਗੁਰੂ ਘਰ ਆ ਰਿਹਾ, ਇਹਨਾਂ ਨੇ ਜਦੋਂ ਕੀਰਤਨ ਹੁਣ ਸਿੱਖ ਰਹੇ ਆ, ਵੱਡੀ ਉਮਰ ਜਾ ਕੇ, ਮੈਂ ਹਮੇਸ਼ਾ ਅਸੀਂ ਸਾਡੇ ਬੜੇ ਸਤਿਕਾਰਯੋਗ ਡਾਕਟਰ ਸਾਹਿਬ ਬੈਠੇ ਨੇ, ਅਸੀਂ ਜਦੋਂ ਆਏ ਪਰਸੋਂ ਫਲਾਈਟ, ਅਸੀਂ ਆਪਸ ਵਿੱਚ ਗੱਲ ਕਰ ਰਹੇ ਸੀਗੇ ਕਿ ਜਿਹੜੇ ਬੱਚੇ ਨੇ ਕੀਰਤਨ ਸਿੱਖ ਲਿਆ, ਉਹ ਹਮੇਸ਼ਾ ਲਈ ਸਾਰੀ ਉਮਰ ਲਈ ਗੁਰੂ ਘਰ ਜਾ ਕੇ ਕੀਰਤਨ ਕਰੇਗਾ। ਜੇ ਉਹਨੂੰ ਸਮਾਂ ਨਹੀਂ ਮਿਲਦਾ, ਸੁਣੇਗਾ, ਉਹਨੂੰ ਪਤਾ ਹੋਏਗਾ ਕਿ ਕੀ ਹੋ ਰਿਹਾ। ਕਈ ਵਾਰ ਅਸੀਂ ਇੱਥੋਂ ਹੀ ਅਸੀਂ ਵਾਪਸ ਹੋ ਜਾਂਦੇ ਹਾਂ ਕਿ ਅਸੀਂ ਗੁਰੂ ਘਰ ਮੱਥਾ ਟੇਕਿਆ, ਬਸ ਮੱਥਾ ਟੇਕਿਆ, ਪ੍ਰਸ਼ਾਦ ਲਿਆ, ਅਸੀਂ ਵਾਪਸ, ਸਮਝਿਆ ਕੁਛ ਨਹੀਂ। ਪਰ ਗੁਰੂ ਸਾਹਿਬ ਕੀ ਚਾਹੁੰਦੇ ਆ? ਗੁਰੂ ਸਾਹਿਬ ਚਾਹੁੰਦੇ ਆ ਕਿ ਘਰ ਅੰਦਰ ਧਰਮਸਾਲ, ਉਹ ਉਹਨਾਂ ਦਾ ਵਿਜ਼ਨ ਹੈ, ਉਹੀ ਚਾਹੁੰਦੇ ਆ ਕਿ ਹਰ ਘਰ ਦੇ ਵਿੱਚ ਕੀਰਤਨ ਹੋਣਾ ਚਾਹੀਦਾ। ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਸੁਣੋ। ਸੋ ਸਭ ਤੋਂ ਪਹਿਲਾਂ ਕਿ ਮੈਂ ਜੋ ਸਾਰੀ ਪ੍ਰਬੰਧਕ ਕਮੇਟੀ ਹੈ, ਉਹਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਤੁਹਾਡੀ ਸਾਧ ਸੰਗਤ ਦੇ ਦਰਸ਼ਨ ਅਸੀਂ ਕਰ ਸਕੀਏ। ਇਹ ਜੋ ਤੁਸੀਂ ਸਾਜ਼ ਦੇਖ ਰਹੇ ਹੋ, ਇਹ ਰਬਾਬ ਹੈ, ਇਹਨੂੰ ਰਬਾਬ ਕਹਿੰਦੇ ਆ। ਰੱਬ ਆਪ, ਇਹਦਾ ਵਰਡ ਰੱਬ ਆਪ, ਰੱਬ ਕਹਿੰਦੇ ਨੇ ਪਰਮਾਤਮਾ, ਆਪ ਕਹਿੰਦੇ ਨੇ ਪਾਣੀ। ਇਹ ਉਹ ਸਾਜ਼ ਹੈ ਜਦੋਂ ਇਹ ਵੱਜਦਾ ਆ ਤੇ ਇਹਦੇ ਵਿੱਚੋਂ ਜਿਹੜੀਆਂ ਤਰੰਗਾਂ ਨੇ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਸਾਨੂੰ ਸੂਖਸ਼ਮ ਹੋਣਾ ਪੈਣਾ। ਅਸੀਂ ਉਸ ਲੈਵਲ ਤੱਕ ਉਦੋਂ ਹੀ ਪਹੁੰਚ ਪਾਵਾਂਗੇ ਜਦੋਂ ਅਸੀਂ ਸੰਗੀਤ ਦੇ ਥਰੂ ਸਾਡਾ ਮਾਈਂਡ ਪੂਰਾ ਇੱਕਦਮ ਹੈ, ਅਸੀਂ ਨਿੱਕੀ ਨਿੱਕੀ ਗੱਲ ਨੂੰ ਵਿਚਾਰਾਂਗੇ। ਬਾਹਰ ਬੱਦਲ ਗਰਜਣਗੇ, ਤੁਹਾਡੇ ਅੰਦਰ ਤੁਹਾਡੀ ਜਿਹੜੀ ਧੜਕਣ ਹੈ, ਤੁਹਾਡੇ ਅੰਦਰ ਉਹ ਤਰੰਗਾਂ ਪੈਦਾ ਹੋਣਗੀਆਂ। ਤੁਸੀਂ ਇਹ ਨਹੀਂ ਕਹੋਗੇ ਕਿ ਮੀਂਹ ਪੈ ਗਿਆ ਸਾਰਾ ਇੰਝ ਹੋ ਗਿਆ ਨਾ, ਤੁਸੀਂ ਪੋਜ਼ਿਟਿਵ ਹੋ ਜਾਓਗੇ। ਸਾਡੇ ਬੱਚੇ ਪੋਜ਼ਿਟਿਵ ਹੋ ਜਾਣਗੇ। ਇਹ ਪੜ੍ਹਾਈ ਤੋਂ ਭੱਜਣਗੇ ਨਹੀਂ, ਕਿਉਂਕਿ ਇਹਨਾਂ ਨੂੰ ਬੈਠਣ ਦੀ, ਸਮਾਧੀ ਲਾਉਣ ਦੀ, ਕਿਉਂਕਿ ਇਹ ਸਮਾਧੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਕਲਯੁਗ ਮੈਂ ਕੀਰਤਨ ਪ੍ਰਧਾਨ, ਇਹ ਪ੍ਰਧਾਨ ਹੈ। ਸਭ ਤੋਂ ਉੱਤਮ ਕੀਰਤਨ, ਤੇ ਗੁਰੂ ਸਾਹਿਬ ਨੇ ਸਾਰੀ ਉਮਰ ਇਸ ਸਾਜ਼ ਦੇ ਨਾਲ ਗਾਇਆ।
ਤੇ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਹਿ ਦਵਾਂ, ਡਾਕਟਰ ਸਾਹਿਬ ਨੂੰ ਟਾਈਮ ਦੱਸ ਹੈ ਨਾ। ਸਾਡੀ ਤਰਾਸਦੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਸਾਡੀਆਂ 2 ਜਨਰੇਸ਼ਨ ਇਹ ਸਾਜ਼ ਨੂੰ ਦੇਖੇ ਤੋਂ ਬਿਨਾਂ ਹੀ ਚਲੇ ਗਈ। ਸਾਡੀ ਜੋ 2 ਜਨਰੇਸ਼ਨ, ਅਸੀਂ ਇੱਥੇ ਸਾਡੇ ਵਿੱਚੋਂ ਕਿੰਨੇ ਕੁ ਲੋਕਾਂ ਨੇ ਇਸ ਸਾਜ਼ ਨੂੰ ਕਦੇ ਫੜਿਆ ਹੋਣਾ ਆਪਣੇ ਹੱਥਾਂ ਦੇ ਵਿੱਚ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ 50 ਸਾਲ 50 years, ਘੱਟ ਸਮਾਂ ਨਹੀਂ ਹੁੰਦਾ, 50 ਸਾਲ ਉਹਨਾਂ ਨੇ, ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ 50 ਸਾਲ ਰਬਾਬ ਵਜਾਏ ਆ। ਤੇ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਆ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸਹਿਜਾਦਾ ਜੀ ਨੇ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਰਬਾਬ ਵਜਾਏ। ਤੇ ਭਾਈ ਮਰਦਾਨਾ ਜੀ ਜਦੋਂ ਆਖਰੀ ਸਮੇਂ ਸੀਗੇ ਤੇ ਉਹਨਾਂ ਦੇ ਗੁਰੂ ਸਾਹਿਬ ਨੇ ਉਹਨਾਂ ਦਾ ਆਪਣਾ ਸਿਰ ਆਪਣੇ ਪੱਟ ਤੇ ਰੱਖਿਆ। ਉਹਨੂੰ ਕਹਿੰਦੇ ਕਿ ਕੀ ਮੰਗਦਾ? ਉਹ ਕਹਿੰਦੇ ਮੈਨੂੰ ਬਸ ਆਪਣੇ ਨਾਲ ਰੱਖਣਾ। ਇਹ ਗੱਲਾਂ ਛੋਟੀਆਂ ਨਹੀਂ, ਬਹੁਤ ਵੱਡੀਆਂ ਨੇ। ਸਾਡੇ ਉਹ ਇੱਥੇ ਗੁਰੂ ਘਰ ਆਉਣ ਦਾ, ਇਸ ਦੇਸ਼ ਦੇ ਵਿੱਚ US ਵਿੱਚ ਆਉਣ ਦਾ ਇੱਕ ਬੜਾ ਵੱਡਾ ਮਿਸ਼ਨ ਹੈ। ਸਾਡੇ ਜੋ ਉਸਤਾਦ ਜੀ ਨੇ, ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਜੰਡਿਆਲਾ ਗੁਰੂ ਅੰਮ੍ਰਿਤਸਰ, ਦਾਸ ਦੀ ਉਹਨਾਂ ਨਾਲ ਅਰਾਊਂਡ 20 ਸਾਲ ਹੋ ਗਏ ਨੇ ਉਹਨਾਂ ਨਾਲ ਕੀਰਤਨ ਦੇ ਨਾਲ ਸੰਗਤ ਕਰਦੇ। ਰਬਾਬ ਮੈਂ ਦਾਸ ਉਹਨਾਂ ਨਾਲ ਵਜਾਉਂਦਾ। ਮਿਸ਼ਨ ਇਹ ਹੈ ਕਿ ਸਾਡੇ ਬੱਚੇ ਜੋ ਨੇ ਉਹ ਸਾਡੇ ਕੀਰਤਨ ਨਾਲ ਜੁੜਨਗੇ, ਸਾਜ਼ਾਂ ਨਾਲ ਜੁੜਨਗੇ, ਸੰਗੀਤ ਨਾਲ ਜੁੜਨਗੇ, ਉਹ ਆਪਣੇ ਗੁਰੂ ਨਾਲ ਜੁੜ ਸਕਦੇ ਆ, ਗੁਰੂ ਨੂੰ ਜਾਣ ਸਕਦੇ ਆ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿੰਨਾ ਵੱਡਾ ਸੰਗੀਤ ਦਾ, ਗੁਰਮਤਿ ਸੰਗੀਤ ਦਾ ਇੱਕ ਰਿਚ ਟ੍ਰੈਡੀਸ਼ਨ ਸਾਨੂੰ ਦਿੱਤਾ ਹੈ। ਸੋ ਇੱਥੇ ਬੜੀ ਜਲਦੀ ਅਸੀਂ ਗੁਰਮਤਿ ਸੰਗੀਤ ਅਕੈਡਮੀ ਜਿਹੜੀ ਹੈਗੀ ਆ ਉਹ ਪ੍ਰੋਪਰ ਤਰੀਕੇ ਨਾਲ ਅਸੀਂ ਸ਼ੁਰੂ ਕਰਨੀ ਹੈ, ਜਿਹਦੇ ਵਿੱਚ ਜਿਹੜੇ ਸਾਡੇ ਤੰਤੀ ਸਾਜ਼ ਨੇ, ਰਬਾਬ ਹੈ, ਦਿਲਰੂਬਾ, ਤਾਉਸ, ਸਰੰਗੀ, ਇਸਰਾਜ ਤੇ ਬਾਕੀ ਜਿੰਨੇ ਵੀ ਜਿਹੜੇ ਹੋਰ ਕਲਾਸੀਕਲ ਦੇ ਸਾਜ਼ ਨੇ, ਉਹਨਾਂ ਸਾਰਿਆਂ ਦੀ ਵਿਧੀਵਤ ਤਰੀਕੇ ਨਾਲ ਇੱਥੇ ਟ੍ਰੇਨਿੰਗ ਹੋਣੀ ਹੈ। ਤੇ ਤੁਸੀਂ ਕੀਰਤਨ ਦੇ ਵਿੱਚ ਵੀ ਇਹਨਾਂ ਸਾਜ਼ਾਂ ਦੇ ਦਰਸ਼ਨ ਤੇ ਇਹਨਾਂ ਸਾਜ਼ਾਂ ਦੀ ਆਵਾਜ਼ ਨੂੰ ਸੁਣੋ। ਸੋ ਇਸ ਕਰਕੇ ਮੈਂ ਜੋ ਸਾਰੀ ਸੰਗਤ ਹੈ, ਇੱਥੇ ਬੈਠੀ ਸੰਗਤ ਹੈ, ਸੁਣ ਰਹੀ ਹੈ ਹੁਣ, ਤੇ ਜੋ ਫੇਸਬੁੱਕ ਤੇ ਜੋ ਬਾਕੀ ਜੋ ਜ਼ਰੀਏ ਹੈਗੇ ਉਹਦੇ ਵਿੱਚ ਸੰਗਤ ਜੋ ਸੁਣ ਰਹੀ ਹੈ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਕੀਰਤਨ ਦੇ ਲਈ ਗੁਰੂ ਘਰ ਭੇਜੋ। ਕਿੰਨਾ ਚੰਗਾ ਹੋਏਗਾ ਕਿ ਜਦੋਂ ਅਸੀਂ ਉੱਥੇ ਸਾਹਮਣੇ ਬਹਿ ਕੇ ਦੇਖਾਂਗੇ ਤੇ ਇੱਥੇ ਸਾਰੇ ਬੱਚੇ ਸਾਰੇ ਤੰਤੀ ਸਾਜ਼ ਲੈ ਕੇ, ਉਸ ਦਿਨ ਮੈਂ ਬੈਠਾ ਉੱਥੇ ਇਮੈਜਿਨ ਕਰ ਰਿਹਾ ਸੀ ਕਿ ਜਦੋਂ ਇਹ ਬੱਚੇ ਤੰਤੀ ਸਾਜ਼ ਲੈ ਕੇ, ਸਾਰੇ ਸਾਜ਼ ਲੈ ਕੇ ਇੱਥੇ ਤੰਤੀ ਸਾਜ਼ ਲੈ ਕੇ ਕੀਰਤਨ ਕਰਦੇ ਨੇ, ਸੋਚੋ ਕਿ ਗੁਰੂ ਸਾਹਿਬ ਦਾ ਇਹ ਪਿਆਰਾ ਸਾਜ਼ ਨੂੰ ਕਿੰਨੇ ਖੁਸ਼ ਹੁੰਦੇ ਹੋਣਗੇ। ਸਾਡੇ ਉਸਤਾਦ ਜੀ ਹਮੇਸ਼ਾ ਮੈਨੂੰ ਕਹਿੰਦੇ ਕਿ ਸਤਨਾਮ, ਤੈਨੂੰ ਪਤਾ ਨਹੀਂ ਕਿ ਕਿੰਨੇ ਖੁਸ਼ ਹੁੰਦੇ ਹੋਣਗੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਰਬਾਬ ਵਜਾਉਣਾ, ਕਿਉਂਕਿ ਦਾਸ ਨੇ 2006 ਦੇ ਵਿੱਚ ਰਬਾਬ ਵਜਾਉਣੀ ਸ਼ੁਰੂ ਕੀਤੀ ਸੀ। ਉਦੋਂ ਬਹੁਤ ਘੱਟ ਸੀ, ਮਿਲਦਾ ਨਹੀਂ ਸੀ ਕੋਈ, ਤੇ ਮੈਨੂੰ ਸਿਰਫ ਸਾਰੇ ਗਮਾ ਪਤਾ ਨਹੀਂ ਸੀ, ਮੈਂ ਥੋੜੀ ਵਜਾ ਰਿਹਾ ਸੀ। ਉਸਤਾਦ ਜੀ ਨੇ ਕਿਹਾ ਕਿ ਨਹੀਂ, ਤੂੰ ਵਜਾਇਆ ਕਰ। ਤੇ ਫਿਰ ਚੈਨਲ ਪੰਜਾਬ UK ਇੱਕ ਪ੍ਰੋਗਰਾਮ ਸ਼ੁਰੂ ਹੋਇਆ ਰਾਗ ਰਤਨ, ਉਹਦੇ ਵਿੱਚ ਮੈਨੂੰ ਸਿਰਫ ਸਾਰੇ ਗਮਾ ਪਤਾ ਨਹੀਂ ਸੀ ਵਜਾਉਣਾ ਆਉਂਦਾ ਸੀ ਰਬਾਬ ਦੇ ਵਿੱਚ, ਤੇ ਉਹ ਮੈਨੂੰ ਕਹਿੰਦੇ ਨਹੀਂ, ਤੂੰ ਕਿਰਪਾ ਲੈਣੀ ਹੈ, ਤੂੰ ਵਜਾ। ਤੇ ਉਸ ਸਮੇਂ ਅਸੀਂ 250 ਐਪੀਸੋਡਸ ਕੀਤੇ। ਸੋ ਸਾਧ ਸੰਗਤ ਜੀ, ਮੈਂ ਤੁਹਾਡੇ ਸਾਰੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ, ਤੁਹਾਨੂੰ ਇੱਕ ਮੌਕਾ ਦਿੱਤਾ ਹੈ ਕਿ ਅਸੀਂ ਆਪਣੇ ਕੀਰਤਨ ਨੂੰ ਦੀ ਸਹੀ ਜੋ ਵਿਧੀ ਹੈ ਉਹਨੂੰ ਜਾਣਨ ਦੀ ਕੋਸ਼ਿਸ਼ ਕਰੀਏ।
ਜਿਹੜੇ ਬੱਚੇ ਸਿੱਖ ਰਹੇ ਨੇ ਉਹ ਬਹੁਤ ਉਹਨਾਂ ਦੇ ਪੇਰੈਂਟਸ ਬਹੁਤ ਮੁਬਾਰਕ ਹੈ, ਉਹਨਾਂ ਨੂੰ ਮੁਬਾਰਕਬਾਦ ਹੈ। ਤੇ ਜਿਹੜੇ ਬੱਚੇ ਇਹ ਹੁਣ ਸੁਣ ਰਹੇ ਨੇ ਜਾਂ ਸੁਣਨਗੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਕੀਰਤਨ ਸਿਖਾਓ। ਸੋ ਆਓ ਦਾਸ ਦੀ ਥੋੜੀ ਸਿਹਤ ਵੀ ਇਸ ਤਰ੍ਹਾਂ ਹੀ ਹੈ। ਡਾਕਟਰ ਸਾਹਿਬ ਨੂੰ ਪਤਾ ਹੈ ਕਿ ਬਹੁਤ ਮੇਰੀ ਸਿਹਤ ਕਾਫੀ ਢਿੱਲੀ ਸੀ ਤੇ ਆਉਣ ਤੋਂ ਪਹਿਲਾਂ 2 ਦਿਨ ਜਿਹੜੇ ਸਾਡੇ ਉੱਥੇ ਕਾਫੀ ਡਾਕਟਰ ਸੀ ਉਹ ਕਹਿੰਦੇ ਨਹੀਂ ਤੇਰਾ ਸਰਨਾ ਨਹੀਂ ਹੈ। ਫਿਰ 4 ਡ੍ਰਿਪਸ ਉਹਨਾਂ ਨੇ ਲਗਾਈਆਂ ਤੇ ਵੀ 4 ਸਟਰੋਂਗ ਐਂਟੀਬਾਇਓਟਿਕ ਲਾ ਕੇ ਤਾਂ ਮੈਂ ਫਲਾਈਟ ਦੇ ਵਿੱਚ ਬੈਠਾ। ਹਾਲੇ ਮੇਰੀ ਸਿਹਤ ਥੋੜੀ ਇਸ ਤਰ੍ਹਾਂ ਹੀ ਹੈ। ਸੋ ਜੋ ਵੀ ਹੈ ਆਪ ਜੀ ਪ੍ਰਵਾਨ ਕਰਨਾ, ਅਰਦਾਸ ਕਰਨਾ ਕਿ ਜਿਸ ਮਿਸ਼ਨ ਦੇ ਨਾਲ ਅਸੀਂ ਇੱਥੇ ਆਏ ਹਾਂ ਉਹ ਗੁਰੂ ਸਾਹਿਬ ਜੀ ਆਪ ਆਪਣਾ ਹੱਥ ਦੇ ਕੇ ਸਾਡੇ ਸਿਰ 'ਤੇ ਹੱਥ ਰੱਖ ਕੇ ਆਪ ਸੇਵਾ ਲੈਣ। ਤਾਂ ਸਾਡੇ ਲਈ ਵੀ ਅਰਦਾਸ ਕਰਨਾ, ਸਾਡੀ ਸਿਹਤ ਲਈ ਵੀ ਅਰਦਾਸ ਕਰਨਾ। ਸੋ ਬੜੇ ਪਿਆਰ ਦੇ ਨਾਲ ਸ਼ਾਮ ਦਾ ਰਾਗ ਮੈਂ ਬਹੁਤ ਮੈਨੂੰ ਪਤਾ ਟਾਈਮ ਥੋੜ੍ਹਾ ਹੋ ਗਿਆ ਤੇ ਆਪਾਂ ਇੱਕ ਸ਼ਬਦ ਦੀ ਹਾਜ਼ਰੀ ਅਸੀਂ ਜ਼ਰੂਰ ਲਗਾਵਾਂਗੇ। ਸ਼ਾਮ ਦਾ ਰਾਗ ਹੈ ਰਾਗ ਕਾਨੜਾ। ਸੋ ਆਓ ਬੜੇ ਪਿਆਰ ਦੇ ਨਾਲ ਅਸੀਂ ਤੁਸੀਂ ਸਾਰਿਆਂ ਨੇ ਸ਼ਬਦ ਸੁਣਿਆ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ, ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਮਿਲ ਕੇ ਗਾਵਾਂਗੇ। ਜਦੋਂ ਅਸੀਂ ਤੁਸੀਂ ਨਾਲ ਮਿਲ ਕੇ ਗਾਓਗੇ ਤੁਹਾਨੂੰ ਉਹ ਵਾਈਬ੍ਰੇਸ਼ਨ ਜੋ ਹੈ ਇਹ ਸਾਜ਼ਾਂ ਦੀ ਸੰਗੀਤ ਦੀ ਤੁਸੀਂ ਆਪ ਮਹਿਸੂਸ ਕਰੋਗੇ। ਸੋ ਆਓ ਬੜੇ ਪਿਆਰ ਦੇ ਨਾਲ ਮੇਰੇ ਨਾਲ ਬੜੇ ਪਿਆਰੇ ਨੇ। ਮੈਂ ਇਹਨਾਂ ਨੂੰ ਇੰਡੀਆ ਦੇ ਵਿੱਚ ਜਦੋਂ ਬੈਠਾ ਸੀ ਤੇ ਮੈਂ ਸੁਣਦਾ ਸੀ ਕੀਰਤਨ, ਬੜੀ ਪਿਆਰੀ ਰੂਹ ਹੈ ਕਿਉਂਕਿ ਉਹ ਤੁਹਾਨੂੰ ਪਤਾ ਲੱਗ ਜਾਂਦਾ ਹੈ ਦੂਰੋਂ। ਜਿਵੇਂ ਪਹਿਲਾਂ ਕਿ ਨਾ ਸੰਗੀਤ ਕਰਕੇ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਕੈਸੀ ਰੂਹ ਹੈ। ਹਰਪ੍ਰੀਤ ਸਿੰਘ ਜੀ ਬਰੋਕਾ ਮੈਨੂੰ ਨਾਮ ਯਾਦ, ਬੜੇ ਪਿਆਰੇ ਨੇ ਤੇ ਨਾਲ ਮੇਰੇ ਛੋਟੇ ਵੀਰ ਹਨ। ਬੜੇ ਸਾਲਾਂ ਤੋਂ ਮੈਂ ਇਹਨਾਂ ਨੂੰ ਜਾਣਦਾ। ਜਵੱਦੀ ਟਕਸਾਲ ਵਿਖੇ ਅਦੁੱਤੀ ਗੁਰਮਤਿ ਸੰਗੀਤ ਸਮੇਲਨ ਤੇ ਭਾਈ ਸਾਹਿਬ ਨੇ ਤਬਲੇ ਦੀ ਸੰਗਤ ਕਰਦੇ ਸੀ ਤੇ ਅਸੀਂ ਨਾਲ ਰਬਾਬ ਵਜਾਉਂਦੇ ਹੁੰਦੇ ਸੀਗੇ। ਮੇਰੇ ਵੀਰ ਭਾਈ ਜੋਰਾਵਰ ਸਿੰਘ ਜੀ, ਇਹਨਾਂ ਨੇ ਸਾਨੂੰ ਆਉਂਦੇ ਸਾਰੀ ਪ੍ਰਸ਼ਾਦਾ ਪਾਣੀ ਸਿਖਾਇਆ। ਥੈਂਕ ਯੂ। ਸੋ ਆਓ ਬੜੇ ਪਿਆਰ ਦੇ ਨਾਲ ਆਪਾਂ ਰਾਗ ਕਾਨੜਾ, ਸ਼ਾਮ ਦਾ ਰਾਗ ਹੈ ਰਾਗ ਕਾਨੜਾ, ਉਹਦੇ 'ਚ ਆਪਾਂ ਸ਼ਬਦ ਇੱਕ ਸਰਵਣ ਕਰਦੇ ਹਾਂ। ਮੈਂ ਬੇਨਤੀ ਕਰਾਂਗਾ ਕਿ ਸਾਰੇ ਮਿਲ ਕੇ ਆਪਾਂ ਕੀਰਤਨ ਕਰੀਏ ਜੀ। ਆਓ ਜੀ। आप मुकत मोहि तारे, ऐसे गुर को
नरपत नमस्कार आप मुखत मोहि तार आप मुखत मोहि तार ऐसे गुर का मन बन जाए ऐसे गुर का मन बन जाए आप मुकत मोहि तार आप मुकत मोहि तार ऐसे गुर का मन बन जाए ऐसे गुर का मन बन जाए कवन कवन गुण कहिया कवन कवन गुण कहिया कवन अंत नहीं कछ पार ऐसे गुर का मन बन जाए ऐसे गुर का मन बन जाए आप मोहि तार आप मुकत मोहि तार ऐसे गुर का मन बन जाए ऐसे गुर का मन बन जाए लाख 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 कई और लाख 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 कंपोरे कोहे सो बिचारे कोहे सो बिचारे
बिसम ही पई है, बिसम बिसम ही पई है, लाल गुलाल रंगा लाल गुलाल रंगा ਸੋ ਸਾਧ ਸੰਗਤ ਜੀਓ, ਇਹ ਗੁਰਮਤਿ ਸੰਗੀਤ ਦੀ ਪਰੰਪਰਾ ਸਾਡੇ ਬੜੇ ਸਤਿਕਾਰਯੋਗ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਜੀ ਜੋ ਪਿਛਲੇ ਹਫ਼ਤੇ ਆਏ ਸੀ, 2 ਹਫ਼ਤੇ ਪਹਿਲਾਂ ਇੱਥੇ ਆਏ ਸੀ, ਦਾਸਰਿਆਂ ਨਾਲ ਬੜਾ ਪਿਆਰ ਹੈ। ਮੈਨੂੰ ਬੜਾ ਚੰਗਾ ਲੱਗਾ ਕਿ ਉਹਨਾਂ ਨੇ ਵੀ ਸਾਰੀ ਸੰਗਤ ਨੂੰ ਬੇਨਤੀ ਕੀਤੀ ਕਿ ਤੁਸੀਂ ਕੀਰਤਨ ਬੱਚਿਆਂ ਨੂੰ ਜ਼ਰੂਰ ਸਿਖਾਓ। ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ। ਸੋ ਆਓ ਹੁਣ ਆਪਾਂ ਮਿਲ ਕੇ ਆਨੰਦ ਸਾਹਿਬ ਦਾ ਕੀਰਤਨ ਕਰਦੇ ਹਾਂ ਜੀ। ਸਾਡੀਆਂ ਭੁੱਲਾਂ ਚੁੱਕਾਂ ਦੀ ਸਾਨੂੰ ਖਿਮਾ ਦੇਣਾ। ਜਿਹੜੀ ਗੱਲ ਆਪ ਜੀ ਨੂੰ ਚੰਗੀ ਲੱਗੀ ਉਹ ਰੱਖ ਲੈਣਾ, ਤੇ ਜਿਹੜੀ ਨਾ ਚੰਗੀ ਲੱਗੀ ਉਹ ਛੱਡ ਦੇਣਾ। ਸੋ ਬੜੇ ਪਿਆਰ ਦੇ ਨਾਲ ਆਪਾਂ ਹੁਣ ਆਨੰਦ ਸਾਹਿਬ ਦਾ ਕੀਰਤਨ ਕਰਦੇ ਹਾਂ ਜੀ।